ਧੰਨ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਜੋ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਕਿ ਅਸੀਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਅਮੋਲਕ ਬਣਾਉਂਦਿਆਂ ਹੋਇਆਂ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ ਸਕੀਏ। ਸਤਿਗੁਰੂ ਜੀ ਦੀ ਬਾਣੀ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਸਮਝ ਸਕੀਏ। ਸੋ ਰਾਮਕਲੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਅਤੇ ਬੜੀ ਹੀ ਪ੍ਰਸਿੱਧ ਮਕਬੂਲ ਬਾਣੀ ਆਨੰਦ, ਜਿਹਨੂੰ ਆਪਾਂ ਸਤਿਕਾਰ ਦੇ ਨਾਲ ਆਨੰਦ ਸਾਹਿਬ ਵੀ ਕਹਿ ਦਿੰਦੇ ਹਾਂ, ਇਸ ਬਾਣੀ ਦੀ ਵਿਚਾਰ ਨੂੰ ਆਪਾਂ ਸਮਝਣ ਦਾ, ਜਾਣਨ ਦਾ ਯਤਨ ਕਰਨਾ ਹੈ। ਸੋ ਬੜੇ ਅਦਬ ਸਹਿਤ ਇਸ ਪਾਵਨ ਬਾਣੀ ਦੀ ਪਹਿਲੀ ਪੌੜੀ ਦਾ ਪਾਠ ਆਪਾਂ ਹੁਣੇ ਸਰਵਣ ਕੀਤਾ ਹੈ। ਆਓ ਜਿੱਥੇ ਪਾਵਨ ਪੌੜੀ ਦੇ ਮੂਲ ਪਾਠ ਦੇ ਨਾਲ ਆਪਾਂ ਜੁੜੇ ਹਾਂ, ਉੱਥੇ ਇਸ ਦੀ ਵਿਚਾਰ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਸ ਬਾਣੀ ਦੇ ਰਾਹੀਂ ਸਾਨੂੰ ਇਹ ਵਿਚਾਰ ਜਿਹੜੀ ਬਖਸ਼ਿਸ਼ ਕਰ ਰਹੇ ਨੇ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਆਨੰਦ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਹਰ ਇੱਕ ਇਨਸਾਨ ਦੇ ਜੀਵਨ ਦੀ ਇਹ ਤਿਵਰ ਇੱਛਾ ਹੈ, ਇੱਕ ਖਾਸ਼ ਹੈ,
ਹਰ ਇਨਸਾਨ ਚਾਹੁੰਦਾ ਹੈ ਕਿ ਮੇਰਾ ਜੀਵਨ ਜਿਹੜਾ ਹੈ ਉਹ ਆਨੰਦਮਈ ਤੇ ਸੁਖ ਭਰਪੂਰ ਹੋਵੇ। ਸਾਡੇ ਜੀਵਨ ਦੇ ਜਿੰਨੇ ਵੀ ਯਤਨ ਨੇ ਉਹ ਸਾਰੇ ਇਸ ਜੀਵਨ ਨੂੰ ਸੁਖਮਈ ਤੇ ਆਨੰਦਮਈ ਬਣਾਉਣ ਦੇ ਲਈ ਨੇ। ਪਰ ਅਸੀਂ ਆਪਣੇ ਜੀਵਨ ਦੇ ਅੰਦਰ ਇਹ ਤਾਂ ਇੱਛਾ ਕਰਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਆਨੰਦ ਆ ਜਾਵੇ, ਪਰ ਜਿਸ ਸਾਧਨ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਆਨੰਦ ਆਉਣਾ ਹੈ, ਪੂਰਨ ਸੁਖ ਪੂਰਨ ਖਿੜਾਓ ਪੈਦਾ ਹੋਣਾ ਹੈ, ਉਸ ਸਾਧਨ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਦੇ ਲਈ ਤਿਆਰ ਨਹੀਂ। ਸਾਧ ਸੰਗਤ ਜੀਓ, ਅਸੀਂ ਸੁਖ ਅਸੀਂ ਆਨੰਦ ਚਾਹੁੰਦੇ ਹਾਂ ਬਾਹਰਲੀ ਦੁਨੀਆ ਦੇ ਵਿੱਚੋਂ, ਬਾਹਰੀ ਪਦਾਰਥਾਂ ਦੇ ਵਿੱਚੋਂ। ਅਸੀਂ ਆਨੰਦ ਚਾਹੁੰਦੇ ਹਾਂ ਬਾਹਰਲੇ ਇਸ ਅਡੰਬਰ ਦੇ ਵਿੱਚੋਂ। ਮੈਂ ਇੱਕ ਬੇਨਤੀ ਕਰਾਂ, ਕੋਈ ਸ਼ੱਕ ਨਹੀਂ, ਬਾਹਰਲੀ ਇਸ ਦੁਨੀਆ ਦੇ ਵਿੱਚੋਂ ਸਾਨੂੰ ਕੁਝ ਕੁ ਸਮੇਂ ਦਾ ਸੁੱਖ ਤਾਂ ਪ੍ਰਾਪਤ ਹੋ ਸਕਦਾ ਹੈ, ਕੁਝ ਕੁ ਸਮੇਂ ਦਾ ਆਨੰਦ ਪ੍ਰਾਪਤ ਹੋ ਸਕਦਾ ਹੈ, ਪਰ ਸਦੀਵੀ ਆਨੰਦ ਜਿਹੜਾ ਹੈ ਉਹ ਸਾਨੂੰ ਬਾਹਰਲੀ ਦੁਨੀਆ ਦੇ ਵਿੱਚੋਂ ਪ੍ਰਾਪਤ ਨਹੀਂ ਹੋ ਸਕਦਾ। ਸਦੀਵੀ ਆਨੰਦ ਜਿਹੜਾ ਹੈ ਉਹ ਸਾਨੂੰ ਪਦਾਰਥਾਂ ਦੇ ਵਿੱਚੋਂ ਪ੍ਰਾਪਤ ਨਹੀਂ ਹੋ ਸਕਦਾ। ਪਾਵਨ ਬਾਣੀ ਦਾ ਅਟਲ ਵਾਕ ਹੈ, ਸਤਿਗੁਰੂ ਜੀ ਕਹਿੰਦੇ ਨੇ, ਐ ਬਿਨਾਸ਼ੀ ਖੇਮ ਚਾਹੇ ਸਦਾ। ਅਬਿਨਾਸ਼ੀ ਖੇਮ ਚਾਹੇ ਸਦਾ ਸਿਮਰ ਨਾਰਾਇਣ। ਸਤਿਗੁਰੂ ਜੀ ਕਹਿ ਲਗੇ, ਜੇ ਤੂੰ ਅਬਿਨਾਸ਼ੀ ਦੇ ਅਰਥ ਨੇ ਕਦੇ ਨਾ ਨਾਸ਼ ਹੋਣ ਵਾਲਾ, ਤੇ ਖੇਮ ਦੇ ਅਰਥ ਨੇ ਖਿੜਾਓ, ਸੁੱਖ, ਆਨੰਦ, ਖੁਸ਼ੀ। ਗੁਰੂ ਸਾਹਿਬ ਜੀ ਕਹਿ ਲਗੇ, ਜੇ ਤੂੰ ਸਦੀਵੀ ਦਾ ਆਨੰਦ ਚਾਹੁੰਦਾ ਹੈ, ਜੇ ਤੂੰ ਸਦੀਵੀ ਦਾ ਸੁੱਖ ਚਾਹੁੰਦਾ ਹੈ, ਤੇ ਫਿਰ ਸਦਾ ਸਿਮਰ ਨਾਰਾਇਣ। ਤੇ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਇਹ ਨਹੀਂ ਕਿ ਮੈਂ ਇਹ ਜਿਹੜੀ ਚੀਜ਼ ਹੈ ਇਹ ਬਿਨਾਂ ਕਿਸੇ ਖੋਜ ਤੋਂ, ਬਿਨਾਂ ਕਿਸੇ ਸਰਚ ਤੋਂ ਮੈਂ ਇਹ ਗੱਲ ਕਹਿ ਰਿਹਾ। ਸਤਿਗੁਰੂ ਜੀ ਕਹਿਣ ਲੱਗੇ, ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ। ਮੈਂ ਖੋਜ ਖੋਜ ਕੇ, ਲੱਭ ਲੱਭ ਕੇ, ਸਰਚ ਕਰ ਕਰਕੇ, ਸਤਿਗੁਰੂ ਜੀ ਕਹਿਣ ਲੱਗੇ, ਮੈਂ ਇਸ ਨਿਰਣੇ ਦੇ ਉੱਤੇ ਪਹੁੰਚਿਆ, ਮੈਂ ਇਹ ਤੱਤ ਕੱਢਿਆ ਹੈ। ਜਿਵੇਂ ਕਿਸੇ ਚੀਜ਼ ਦਾ ਤੱਤ ਕੱਢ ਲਿਆ ਜਾਂਦਾ ਹੈ ਨਾ, ਹੁਣ ਸਤਿਗੁਰੂ ਜੀ ਕਹਿੰਦੇ ਨੇ, ਮੈਂ ਇਸ ਚੀਜ਼ ਦਾ ਤੱਤ ਕੱਢਿਆ, ਤੇ ਤੱਤ ਇਹ ਹੈ, ਅਬਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਸਤਿਗੁਰੂ ਜੀ ਕਹਿਣ ਲੱਗੇ, ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ, ਅਬਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਗੁਰੂ ਸਾਹਿਬ ਜੀ ਕਹਿਣ ਲੱਗੇ, ਮੈਂ ਇਸ ਚੀਜ਼ ਦਾ ਤੱਤ ਕੱਢਿਆ, ਮੈਂ ਇਸ ਚੀਜ਼ ਦੇ ਬਿਲਕੁਲ ਨਿਚੋੜ ਦੇ ਉੱਤੇ ਆਇਆ। ਤੇ ਸ਼ਾਇਦ ਇਹੀ ਕਾਰਨ ਹੈ, ਜਦੋਂ ਆਪਾਂ ਸਾਧ ਸੰਗਤ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਪੁੱਛਦੇ ਹਾਂ, ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਗੁਰੂ ਸਾਹਿਬ ਜੀ ਕਹਿਣ ਲੱਗੇ, ਮਾਲਕ ਜੀ, ਮੈਂ ਘੁੰਮ ਘੁੰਮ ਕੇ, ਫਿਰ ਫਿਰ ਕੇ, ਸਾਰਿਆਂ ਪਾਸਿਆਂ ਤੋਂ ਮੈਂ ਹੁਣ ਤੁਹਾਡੀ ਸ਼ਰਨ ਦੇ ਵਿੱਚ ਆ ਗਿਆ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋਂ ਸ਼ਰਨਾਏ। ਕਿਉਂਕਿ ਇਸ ਆਨੰਦ ਨੂੰ ਬਾਹਰੀ ਤੌਰ ਤੇ ਪ੍ਰਾਪਤ ਕਰਨ ਦੇ ਲਈ ਇਨਸਾਨ ਨੇ ਜਿੱਥੇ ਪਦਾਰਥ ਵੱਧ ਤੋਂ ਵੱਧ ਇਕੱਠੇ ਕਰਨ ਦਾ ਯਤਨ ਕੀਤਾ, ਉੱਥੇ ਇਨਸਾਨ ਨੇ ਬੜੇ ਐਸੇ ਕਰਮ ਕਾਂਡ ਬਾਹਰੀ ਤੌਰ ਤੇ ਇਸ ਸਰੀਰ ਦੇ ਨਾਲ ਕੀਤੇ।
ਕਿਤੇ ਉਹਨੇ ਪਾਠ ਪੂਜਾ ਕੀਤੇ, ਕਿਤੇ ਦਾਨ ਪੁੰਨ ਕੀਤਾ, ਕਿਤੇ ਤੀਰਥ ਇਸ਼ਨਾਨ ਕੀਤੇ। ਬਹੁਤ ਕੁਝ ਇਸ ਇਨਸਾਨ ਨੇ ਆਨੰਦ ਦੀ ਪ੍ਰਾਪਤੀ ਦੇ ਲਈ ਕੀਤਾ, ਬਹੁਤ ਕੁਝ। ਪਦਾਰਥਾਂ ਦੇ ਢੇਰ ਇਨਸਾਨ ਨੇ ਆਪਣੇ ਆਲੇ ਦੁਆਲੇ ਲਾ ਲਏ ਕਿ ਮੈਨੂੰ ਆਨੰਦ ਮਿਲ ਜਾਵੇ, ਮੈਨੂੰ ਸੁੱਖ ਮਿਲ ਜਾਵੇ। ਤੇ ਗੁਰੂ ਸਾਹਿਬ ਜੀ ਨੇ ਬੜੇ ਹੀ ਪਿਆਰੇ ਸ਼ਬਦਾਂ ਦੇ ਅੰਦਰ ਸਾਨੂੰ ਇਹ ਗੱਲ ਸਮਝਾਈ। ਸਤਿਗੁਰੂ ਜੀ ਕਹਿਣ ਲੱਗੇ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਜੇ ਤੂੰ ਸਾਰੀ ਦੁਨੀਆ ਦੇ ਪਦਾਰਥ ਵੀ ਆਪਣੇ ਨਾਲ ਬੰਨ੍ਹ ਲਵੇਂ, ਤੇ ਸਤਿਗੁਰੂ ਜੀ ਕਹਿਣ ਲੱਗੇ, ਆ ਅੰਦਰ ਤੇਰੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਨਾ, ਆ ਜਿਹੜੀ ਤੇਰੇ ਅੰਦਰ ਇੱਕ ਤੜਫ ਪੈਦਾ ਹੋਈ ਹੈ, ਜਿਹੜਾ ਉਹ ਦੁੱਖ ਤੇਰੇ ਹਿਰਦੇ ਦੇ ਅੰਦਰ ਹਮੇਸ਼ਾ ਪਣਪ ਰਿਹਾ ਹੈ, ਸਤਿਗੁਰੂ ਜੀ ਕਹਿਣ ਲੱਗੇ, ਇਹ ਤੜਫ, ਇਹ ਭੁੱਖ ਜਿਹੜੀ ਹੈ ਤੇਰੇ ਅੰਦਰੋਂ ਖਤਮ ਨਹੀਂ ਹੋ ਸਕਦੀ। ਸੋ ਬੇਨਤੀ ਕਰ ਰਿਹਾ ਸੀ ਵੀ ਆਨੰਦ ਦੀ ਪ੍ਰਾਪਤੀ ਦੇ ਲਈ, ਸੁੱਖ ਦੀ ਪ੍ਰਾਪਤੀ ਦੇ ਲਈ, ਪੂਰਨ ਖਿੜਾਓ ਦੇ ਲਈ ਇਨਸਾਨ ਨੇ ਬਾਹਰੀ ਤੌਰ ਤੇ ਬਹੁਤ ਕੁਝ ਕੀਤਾ, ਪਰ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਭਲਿਆ ਜੇ ਤੂੰ ਇਹ ਪੂਰਨ ਖਿੜਾਓ, ਜੇ ਇਹ ਆਨੰਦ ਚਾਹੁੰਦਾ ਹੈ, ਤੇ ਆ ਮੈਂ ਤੈਨੂੰ ਅੱਜ ਦੱਸਣਾ ਚਾਹੁੰਦਾ, ਮੈਂ ਤੈਨੂੰ ਇਹ ਗੱਲ ਸਮਝਾਉਣੀ ਚਾਹੁੰਦਾ ਕਿ ਮੈਨੂੰ ਆਨੰਦ ਕਿਵੇਂ ਮਿਲਿਆ ਹੈ। ਵੇਖੋ, ਜਦੋਂ ਆਪਾਂ ਸਾਧ ਸੰਗਤ ਜੀ ਇਤਿਹਾਸ ਦੇ ਪੰਨਿਆਂ ਨੂੰ ਪੜ੍ਹਦੇ ਹਾਂ, ਤੇ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਅਜੇ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਚਰਨ ਸ਼ਰਨ ਦੇ ਵਿੱਚ ਨਹੀਂ ਆਏ, ਤੇ ਉਹਨਾਂ ਦਾ ਜੀਵਨ ਬੜਾ ਕਰਮਕਾਂਡੀ ਹੈ। ਉਹ ਗੰਗਾ ਦੇ ਤੀਰਥ ਇਸ਼ਨਾਨ ਤੇ ਜਾਂਦੇ ਨੇ ਹਰ ਸਾਲ ਹੀ, ਤੇ 21 ਵਰਿਆਂ ਤੱਕ, 21 ਸਾਲਾਂ ਤੱਕ ਉਹ ਜਾਂਦੇ ਰਹੇ। ਉਹਨਾਂ ਦੇ ਇਸ਼ਨਾਨ ਕਰਨ ਦੇ ਪਿੱਛੇ ਮਨੋਰਥ ਇਹ ਹੈ ਵੀ ਉਹ ਮਨ ਦੀ ਸ਼ਾਂਤੀ ਭਾਲ ਰਹੇ ਨੇ, ਉਹ ਆਨੰਦ ਲੱਭ ਰਹੇ ਨੇ, ਉਹ ਸੁੱਖ ਲੱਭ ਰਹੇ ਨੇ, ਉਹ ਪੂਰਨ ਖਿੜਾਓ ਜਿਹੜਾ ਹੈ ਉਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ 21 ਸਾਲ ਤੀਰਥ ਇਸ਼ਨਾਨ ਕਰਕੇ ਵੀ ਉਹਨਾਂ ਦੇ ਜੀਵਨ ਨੂੰ ਉਹ ਸ਼ਾਂਤੀ, ਉਹ ਪੂਰਨ ਖਿੜਾਓ, ਉਹ ਆਨੰਦ ਨਹੀਂ ਮਿਲਿਆ। ਪਰ ਜਦੋਂ ਬੀਬੀ ਅਮਰੋ ਜੀ ਦੇ ਰਾਹੀਂ ਉਹ ਬਾਣੀ ਨੂੰ ਸਰਵਣ ਕਰਦੇ ਨੇ, ਤੇ ਬਾਣੀ ਉਹਨਾਂ ਦੇ ਜੀਵਨ ਦੇ ਅੰਦਰ ਇੱਕ ਜਿਹੜੀ ਆਪਾਂ ਗੱਲ ਪੜ੍ਹਦੇ ਹਾਂ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਖ। ਜਾਂ ਜਿਹੜੀ ਆਪਾਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਪਾਵਨ ਬਾਣੀ ਦੇ ਇਹ ਮਕਬੂਲ ਬਚਨ ਪੜ੍ਹਦੇ ਹਾਂ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ। ਜਦੋਂ ਉਹ ਬਾਣੀ ਦੇ ਤੀਰ ਬਾਬਾ ਅਮਰਦਾਸ ਜੀ ਦੇ ਹਿਰਦਿਆਂ ਨੂੰ ਵਿੰਨ੍ਹਦੇ ਨੇ, ਤੇ ਉਹਨਾਂ ਦੇ ਅੰਦਰ ਇੱਕ ਇੱਛਾ ਪੈਦਾ ਹੁੰਦੀ ਹੈ, ਇੱਕ ਜਗਿਆਸਾ ਪੈਦਾ ਹੁੰਦੀ ਹੈ ਕਿ ਮੈਨੂੰ ਇੰਨੇ ਕਰਮਕਾਂਡ ਕਰਨ ਦੇ ਬਾਵਜੂਦ ਵੀ ਆਨੰਦ ਨਹੀਂ ਪ੍ਰਾਪਤ ਹੋਇਆ, ਤੇ ਮੈਨੂੰ ਇਹ ਆਨੰਦ ਮਿਲ ਕਿੱਥੋਂ ਸਕਦਾ ਹੈ। ਤੇ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਬਾਣੀ ਦੇ ਕੁਝ ਕੁ ਬੋਲ ਮੇਰੇ ਅੰਦਰ ਇੱਕ ਸਹਿਜ, ਇੱਕ ਧੀਰਜ ਪੈਦਾ ਕਰ ਰਹੇ ਨੇ, ਇੱਕ ਆਨੰਦ ਤੇ ਪੂਰਨ ਖਿੜਾਓ ਪੈਦਾ ਕਰ ਰਹੇ ਨੇ। ਕਿਉਂ ਨਾ ਮੈਂ ਇਸ ਬਾਣੀ ਦੇ ਰਚਨਹਾਰੇ ਨੂੰ ਮਿਲਾਂ, ਤੇ ਮੈਂ ਆਪਣੇ ਜੀਵਨ ਦੇ ਅੰਦਰ ਪੂਰਨ ਆਨੰਦ ਪੈਦਾ ਕਰ ਸਕਾਂ। ਸੋ ਬੇਨਤੀ ਕਰ ਰਹੇ ਸੀ ਵੀ ਗੁਰੂ ਅਮਰਦਾਸ ਜੀ ਮਹਾਰਾਜ ਉਹ ਦੱਸਦੇ ਨੇ, ਸਤਿਗੁਰੂ ਜੀ ਕਹਿੰਦੇ ਨੇ, ਮੈਂ ਇਹ ਆਨੰਦ ਜਿਹੜਾ ਹੈ, ਇਹ ਆਨੰਦ ਪ੍ਰਾਪਤ ਕੀਤਾ ਹੈ, ਤੇ ਇਹ ਆਨੰਦ ਨਾ ਤਾਂ ਕਿਸੇ ਕਰਮਕਾਂਡ ਦੇ ਵਿੱਚੋਂ ਪ੍ਰਾਪਤ ਹੋਇਆ, ਇਹ ਆਨੰਦ, ਇਹ ਸੁੱਖ ਨਾ ਕਿਸੇ ਬਾਹਰਲੇ ਪਦਾਰਥ ਦੇ ਵਿੱਚੋਂ ਪ੍ਰਾਪਤ ਹੋਇਆ, ਇਹ ਸੁੱਖ ਨਾ ਕਿਸੇ ਤੀਰਥ ਇਸ਼ਨਾਨ ਦੇ ਵਿੱਚੋਂ ਪ੍ਰਾਪਤ ਹੋਇਆ,
ਇਹ ਸੁਖ ਇਹ ਪੂਰਨ ਖਿੜਾਓ, ਜੇ ਪ੍ਰਾਪਤ ਹੋਇਆ ਹੈ ਤੇ ਉਹਦਾ ਕਾਰਨ ਬਣਿਆ ਹੈ, ਉਹਦਾ ਰੀਜ਼ਨ ਬਣਿਆ ਹੈ ਗੁਰੂ, ਸਤਿਗੁਰੂ। ਸੋ ਗੁਰੂ ਅਮਰਦਾਸ ਜੀ ਮਹਾਰਾਜ ਇਸ ਪਾਵਨ ਬਾਣੀ ਦੀ ਪਹਿਲੀ ਪੌੜੀ ਦੇ ਵਿੱਚ ਸਾਨੂੰ ਇਹ ਗੱਲ ਸਮਝਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਰਾਮ ਕਲੀ ਮਹਿਲਾ ਤੀਜਾ ਆਨੰਦ। ਰਾਮ ਕਲੀ ਰਾਗ ਹੈ, ਮਹਿਲਾ ਤੀਜਾ ਦੇ ਅਰਥ ਨੇ ਕਿ ਇਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਹੈ ਤੇ ਆਨੰਦ ਜਿਹੜਾ ਹੈ ਉਹ ਇਸ ਬਾਣੀ ਦਾ ਨਾਮ ਹੈ। ਜਿਵੇਂ ਮੈਂ ਪਹਿਲਾਂ ਵੀ ਇਹ ਬੇਨਤੀ ਕੀਤੀ ਹੈ ਵੀ ਇਸ ਬਾਣੀ ਦਾ ਨਾਮ ਆਨੰਦ ਹੈ, ਪਰ ਅਸੀਂ ਸਤਿਕਾਰ ਵਜੋਂ ਆਨੰਦ ਸਾਹਿਬ ਕਹਿ ਦਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਨੇ, ਇੱਕ ਓੰਕਾਰ ਪਰਮਾਤਮਾ ਰੱਬ ਵਾਹਿਗੁਰੂ ਇੱਕ ਹੈ ਤੇ ਸਾਰਿਆਂ ਦੇ ਵਿੱਚ ਵਿਆਪਕ ਹੈ। ਸਤਿਗੁਰ ਪ੍ਰਸਾਦ, ਇਹੋ ਜਿਹਾ ਪਰਮਾਤਮਾ ਜਿਹੜਾ ਇੱਕ ਹੈ ਤੇ ਸਾਰਿਆਂ ਦੇ ਵਿੱਚ ਵਿਆਪਕ ਹੈ। ਸਤਿਗੁਰੂ ਜੀ ਕਹਿੰਦੇ ਨੇ, ਇਹ ਗੁਰੂ ਦੀ ਕਿਰਪਾ ਦੇ ਨਾਲ, ਅਟਲ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਸ ਦੇ ਪ੍ਰਸਾਦ ਦੇ ਨਾਲ ਹੀ ਉਸ ਮਾਲਕ ਦੇ ਗੁਣਾਂ ਨੂੰ ਸਮਝਿਆ ਜਾ ਸਕਦਾ ਹੈ। ਤੇ ਹੁਣ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਆਨੰਦ ਕਿਵੇਂ ਪ੍ਰਾਪਤ ਹੋਣਾ ਹੈ, ਇਸ ਗੱਲ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੇ ਮੇਰੀ ਮਾਂ, ਮੇਰੀ ਜ਼ਿੰਦਗੀ ਦੇ ਅੰਦਰ ਆਨੰਦ ਆ ਗਿਆ ਹੈ। ਆਨੰਦ ਭਇਆ, ਸਤਿਗੁਰੂ ਜੀ ਕਹਿਣ ਲੱਗੇ ਹੁਣ ਮੇਰੀ ਜ਼ਿੰਦਗੀ 'ਚ ਆਨੰਦ ਆ ਗਿਆ ਹੈ। ਮੇਰੀ ਮਾਏ, ਹੇ ਮੇਰੀ ਮਾਂ, ਜਾਂ ਆਪਾਂ ਇਸ ਨੂੰ ਇਸ ਢੰਗ ਦੇ ਨਾਲ ਵੀ ਸਮਝ ਸਕਦੇ ਹਾਂ, ਕਿਉਂਕਿ ਜਦੋਂ ਮਾਂ ਸ਼ਬਦ ਬਾਣੀ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ ਤੇ ਮਾਂ ਸ਼ਬਦ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਵਰਤਿਆ ਹੈ ਮੱਤ ਦੇ ਲਈ। ਮਾਤਾ ਮੱਤ, ਪਿਤਾ ਸੰਤੋਖ। ਸੋ ਆਪਾਂ ਇਸ ਨੂੰ ਐਵੇਂ ਵੀ ਸਮਝ ਸਕਦੇ ਹਾਂ, ਸਤਿਗੁਰੂ ਜੀ ਕਹਿੰਦੇ ਨੇ, ਮੇਰੀ ਮਾਏ, ਮੇਰੀ ਮੱਤ ਦੇ ਵਿੱਚ, ਮਾਏ ਦੇ ਅਰਥ ਨੇ ਮੇਰੀ ਮੱਤ, ਮੇਰੀ ਮੱਤ ਦੇ ਵਿੱਚ ਆਨੰਦ ਆ ਗਿਆ ਹੈ, ਪੂਰਨ ਖਿੜਾਓ ਆ ਗਿਆ ਹੈ। ਪਰ ਕਦੋਂ? ਸਤਿਗੁਰੂ ਮੈਂ ਪਾਇਆ, ਜਦੋਂ ਮੈਂ ਗੁਰੂ ਨੂੰ ਪ੍ਰਾਪਤ ਕੀਤਾ। ਇਹ ਆਨੰਦ ਨਾ ਤਾਂ ਕਿਸੇ ਪਦਾਰਥ ਦੇ ਵਿੱਚੋਂ ਮੈਨੂੰ ਮਿਲਿਆ, ਇਹ ਆਨੰਦ ਨਾ ਕਿਸੇ ਕਰਮਕਾਂਡ ਦੇ ਵਿੱਚੋਂ ਮੈਨੂੰ ਮਿਲਿਆ, ਨਾ ਕਿਸੇ ਵਹਿਮ ਭਰਮ ਦੇ ਵਿੱਚੋਂ ਮੈਨੂੰ ਮਿਲਿਆ, ਨਾ ਕਿਸੇ ਧਰਮ ਦੇ ਨਾਂ ਦੇ ਉੱਤੇ ਕੋਈ ਅਖੋਤੀ ਕਰਮ ਕਰਨ ਦੇ ਨਾਲ ਮੈਨੂੰ ਮਿਲਿਆ। ਇਹ ਆਨੰਦ ਮੈਨੂੰ ਮਿਲਿਆ ਹੈ ਸਤਿਗੁਰੂ ਮੈਂ ਪਾਇਆ, ਜਦੋਂ ਮੈਂ ਸਤਿਗੁਰੂ ਪ੍ਰਾਪਤ ਕੀਤਾ ਹੈ। ਹੁਣ ਸਵਾਲ ਖੜਾ ਹੋ ਗਿਆ ਕਿ ਗੁਰੂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਗੁਰੂ ਪਾਉਣਾ ਕੀ ਹੈ? ਕੀ ਹੈ ਗੁਰੂ ਪ੍ਰਾਪਤ ਕਰਨਾ? ਗੁਰੂ ਪ੍ਰਾਪਤ ਕਰਨਾ ਇਹ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਾ ਕੇ ਦਰਸ਼ਨ ਕਰੀਏ। ਗੁਰੂ ਪ੍ਰਾਪਤ ਕਰਨਾ ਇਹ ਨਹੀਂ ਕਿ ਅਸੀਂ ਅੱਧਾ ਘੰਟਾ, 1 ਘੰਟਾ ਬਾਣੀ ਨੂੰ ਪੜ੍ਹ ਲਈਏ। ਗੁਰੂ ਪ੍ਰਾਪਤ ਕਰਨਾ ਹੈ ਕਿ ਮੈਂ ਆਪਣੀ ਮੱਤ ਦੇ ਅੰਦਰ ਗੁਰੂ ਦੇ ਦੱਸੇ ਹੋਏ ਗੁਣਾਂ ਨੂੰ, ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਨੂੰ, ਸਿਧਾਂਤਾਂ ਨੂੰ ਜਦੋਂ ਵਸਾ ਲਿਆ, ਜਦੋਂ ਮੈਂ ਆਪਣੀ ਮੱਤ ਨੂੰ ਗੁਰੂ ਦੇ ਅਨੁਸਾਰੀ ਢਾਲ ਲਿਆ, ਸਤਿਗੁਰੂ ਜੀ ਕਹਿਣ ਲੱਗੇ ਉਦਣ ਮੇਰੀ ਜ਼ਿੰਦਗੀ 'ਚ ਆਨੰਦ ਆ ਗਿਆ। ਤੇ ਵਾਕਿਆ ਹੀ ਸਾਧ ਸੰਗਤ ਜੀ, ਗੁਰੂ ਇੱਕ ਐਸੀ ਸ਼ਖਸੀਅਤ ਹੈ, ਜੇ ਅਸੀਂ ਆਪਣੇ ਜੀਵਨ ਨੂੰ ਗੁਰੂ ਦੇ ਮੁਤਾਬਕ ਢਾਲ ਲਈਏ, ਜੇ ਅਸੀਂ ਆਪਣਾ ਜੀਵਨ ਗੁਰੂ ਦੇ ਅਨੁਸਾਰੀ ਬਣਾ ਲਈਏ, ਤੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਇਹ ਆਨੰਦ ਸਦੀਵੀ ਬਣਿਆ ਰਹੇਗਾ। ਕਦੇ ਵੀ ਦੁੱਖ, ਕਦੇ ਵੀ ਕੋਈ ਝੋਰਾ, ਕੋਈ ਕਲੇਸ਼, ਕੋਈ ਅਸਹਿਜ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਆਵੇਗਾ, ਕਿਉਂਕਿ ਗੁਰੂ ਨੇ ਸਾਨੂੰ ਹਮੇਸ਼ਾ ਹੀ ਇਹ ਬਖਸ਼ਿਸ਼ ਕਰਨੀ ਹੈ, ਸਾਨੂੰ ਇਹ ਉਪਦੇਸ਼ ਦ੍ਰਿੜ ਕਰਾਉਣਾ ਹੈ। ਗੁਰੂ ਨੇ ਹਮੇਸ਼ਾ ਹੀ ਸਾਨੂੰ ਇਹ ਗੱਲ ਕਹਿਣੀ ਹੈ,
ਦੁਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨਿਤ ਹੈ। ਗੁਰੂ ਨੇ ਸਾਨੂੰ ਹਮੇਸ਼ਾ ਹੀ ਇਹ ਗੱਲ ਸਮਝਾਉਣੀ ਹੈ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਗੁਰੂ ਨੇ ਸਾਨੂੰ ਹਮੇਸ਼ਾ ਹੀ ਇਹ ਗੱਲ ਸਮਝਾਉਣੀ ਹੈ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਈ। ਸੋ ਜੇ ਅਸੀਂ ਦੁਖੀ ਹਾਂ, ਜੇ ਸਾਡੇ ਜੀਵਨ ਦਾ ਆਨੰਦ ਵਿਗੜ ਗਿਆ ਹੈ, ਜੇ ਸਾਡੇ ਜੀਵਨ 'ਚ ਪੂਰਨ ਖਿੜਾਓ ਚਲਾ ਗਿਆ ਹੈ, ਤੇ ਇਹਦਾ ਕਾਰਨ ਇਹ ਹੈ ਵੀ ਅਸੀਂ ਕਿਤੇ ਨਾ ਕਿਤੇ ਉਸ ਮਾਲਕ ਦੇ ਹੁਕਮ ਨੂੰ ਐਕਸੈਪਟ ਨਹੀਂ ਕੀਤਾ, ਪ੍ਰਵਾਨ ਨਹੀਂ ਕੀਤਾ। ਤੇ ਗੁਰੂ ਨੇ ਸਾਨੂੰ ਇਹ ਗੱਲ ਸਮਝਾਉਣੀ ਹੈ ਵੀ ਹੁਕਮ ਨੂੰ ਪ੍ਰਵਾਨ ਕਰ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਗੁਰੂ ਨੇ ਸਾਨੂੰ ਇਹ ਵਿਚਾਰ ਦੱਸਣੀ ਹੈ ਵੀ ਹੁਕਮ ਨੂੰ ਪ੍ਰਵਾਨ ਕਰ, ਤੇ ਹੁਕਮ ਨੂੰ ਪ੍ਰਵਾਨ ਕਰੇਗਾ ਤੇਰੀ ਜ਼ਿੰਦਗੀ ਦੇ ਵਿੱਚ ਆਨੰਦ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮੇਰੀ ਮੱਤ ਦੇ ਅੰਦਰ ਹੁਣ ਆਨੰਦ ਆ ਗਿਆ ਹੈ, ਪੂਰਨ ਖਿੜਾਓ ਆ ਗਿਆ ਹੈ। ਕਿਉਂ? ਕਿਉਂਕਿ ਮੈਂ ਗੁਰੂ ਨੂੰ ਪ੍ਰਾਪਤ ਕਰ ਲਿਆ ਹੈ। ਗੁਰੂ ਨੂੰ ਪ੍ਰਾਪਤ ਕਰਨ ਤੋਂ ਭਾਵ ਹੈ ਮੈਂ ਗੁਰੂ ਦੇ ਅਨੁਸਾਰੀ ਆਪਣੀ ਮੱਤ ਨੂੰ ਘੜ ਲਿਆ ਹੈ। ਜਿਹੜੀ ਗੱਲ ਆਪਾਂ ਰੋਜ਼ ਪੜ੍ਹਦੇ ਹਾਂ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਤੇ ਸਤਿਗੁਰੂ ਜੀ ਕਹਿੰਦੇ ਨੇ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਜਦੋਂ ਮੈਂ ਗੁਰੂ ਨੂੰ ਪ੍ਰਾਪਤ ਕਰ ਲਿਆ, ਹੁਣ ਗੁਰੂ ਨੂੰ ਪ੍ਰਾਪਤ ਕਰਨ ਦੇ ਨਾਲ ਇੱਕ ਤਾਂ ਆਨੰਦ ਆ ਗਿਆ, ਪੂਰਨ ਖਿੜਾਓ ਆ ਗਿਆ, ਤੇ ਫਿਰ ਹੋਰ ਕੀ ਹੋਇਆ? ਸਤਿਗੁਰੂ ਜੀ ਕਹਿਣ ਲੱਗੇ, ਸਤਿਗੁਰ ਤਾਂ ਪਾਇਆ। ਜਦੋਂ ਮੈਂ ਗੁਰੂ ਨੂੰ ਪਾ ਲਿਆ, ਪ੍ਰਾਪਤ ਕਰ ਲਿਆ, ਜਦੋਂ ਗੁਰੂ ਦੇ ਅਨੁਸਾਰੀ ਆਪਣੀ ਮੱਤ ਨੂੰ ਮੈਂ ਬਣਾ ਲਿਆ, ਤੇ ਸਤਿਗੁਰੂ ਜੀ ਕਹਿਣ ਲੱਗੇ, ਸਹਿਜ ਸੇਤੀ, ਮੇਰੇ ਅੰਦਰ ਸਹਿਜ ਆ ਗਿਆ। ਸਹਿਜ ਦੇ ਅਰਥ ਨੇ ਅਡੋਲ ਅਵਸਥਾ। ਹੁਣ ਗੁਰੂ ਨੇ ਮੈਨੂੰ ਇਹ ਸਿਧਾਂਤ ਦੇ ਦਿੱਤਾ, ਡਿਗੈ ਨਾ ਡੋਲੇ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਪਹਿਲਾਂ ਮੈਂ ਡੋਲ ਜਾਂਦਾ ਸੀ, ਮੜੀ ਜੀ ਗੱਲ ਦੇ ਉੱਤੇ ਪਹਿਲਾਂ ਮੈਂ ਬੇਚੈਨ ਹੋ ਜਾਂਦਾ ਸੀ, ਅਸਹਿਜਤਾ ਦੇ ਵਿੱਚ ਚਲਾ ਜਾਂਦਾ ਸੀ, ਮੈਂ ਡੋਲ ਜਾਂਦਾ ਸੀ। ਹੁਣ ਗੁਰੂ ਨੇ ਮੈਨੂੰ ਅਡੋਲਤਾ ਦੇ ਦਿੱਤੀ, ਹੁਣ ਮੈਂ ਡੋਲਦਾ ਨਹੀਂ। ਕਦੇ ਆਪਾਂ ਇਤਿਹਾਸ ਦੇ ਪੰਨੇ ਪੜ੍ਹੀਏ, ਵੇਖੋ ਜਿਨ੍ਹਾਂ ਨੇ ਆਪਣੀ ਮੱਤ ਨੂੰ ਗੁਰੂ ਦੇ ਅਨੁਸਾਰ ਹੀ ਬਣਾਇਆ ਹੈ, ਜਿਨ੍ਹਾਂ ਨੇ ਇਸ ਹੁਕਮ ਵਾਲੇ ਨਿਯਮ ਨੂੰ ਸਮਝਿਆ ਹੈ, ਉਹਨਾਂ ਦੇ ਜੀਵਨ 'ਚ ਕਿੱਡੇ ਕਿੱਡੇ ਇਤਿਹਾਸ ਦੇ ਪੰਨਿਆਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਤੇ ਕਿੱਡੇ ਕਿੱਡੇ ਉਹਨਾਂ ਦੇ ਜੀਵਨ ਦੇ ਵਿੱਚ ਤਸੀਹੇ ਆਉਂਦੇ ਨੇ, ਕਿੰਨੀਆਂ ਕਿੰਨੀਆਂ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਹ ਡੋਲਦੇ ਨਹੀਂ। ਉਹ ਹਰ ਇੱਕ ਮੁਸੀਬਤ ਨੂੰ, ਹਰ ਇੱਕ ਦੁੱਖ ਨੂੰ ਉਹ ਖਿੜੇ ਮੱਥੇ ਹੱਸ ਕੇ ਪ੍ਰਵਾਨ ਕਰਦੇ ਨੇ, ਆਪਣੇ ਜੀਵਨ ਦੇ ਵਿੱਚ ਹੰਡਾਉਂਦੇ ਨੇ। ਤੇ ਇਹ ਗੱਲ ਕਹਿੰਦੇ ਨੇ, ਕੇਤਿਆਂ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਸੋ ਸਤਿਗੁਰੂ ਜੀ ਕਹਿੰਦੇ ਨੇ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਤੇ ਮੇਰੇ ਮਨ ਦੇ ਅੰਦਰ ਜਦੋਂ ਸਹਿਜ ਆ ਗਿਆ, ਜਦੋਂ ਅਡੋਲਤਾ ਆ ਗਈ, ਮੇਰੇ ਮਨ ਦੇ ਅੰਦਰ ਖੁਸ਼ੀ ਦੇ ਵਾਜੇ, ਖੁਸ਼ੀ ਦੇ ਗੀਤ ਜਿਹੜੇ ਸਨ ਉਹ ਵੱਜਣੇ ਸ਼ੁਰੂ ਹੋ ਗਏ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸਤਿਗੁਰੂ ਜੀ ਕਹਿਣ ਲੱਗੇ, ਹੁਣ ਮੰਨ ਕੇ ਚਲੋ ਵੀ ਮੇਰੇ ਅੰਦਰ ਇੱਕ ਇਹੋ ਜਿਹਾ, ਇਹ ਸਤਿਗੁਰੂ ਜੀ ਅੰਦਰਲੀ ਇੱਕ ਦੁਨੀਆ ਦੀ ਗੱਲ ਕਰ ਰਹੇ ਨੇ, ਵੀ ਮੇਰੇ ਅੰਦਰ ਇੱਕ ਇਹੋ ਜਿਹਾ ਇੱਕ ਵਿਸਮਾਦ ਪੈਦਾ ਹੋ ਗਿਆ, ਇੱਕ ਕੋਤਕ ਪੈਦਾ ਹੋ ਗਿਆ, ਵੀ ਜਿਹੜੇ ਰਾਗ ਸੰਨਾ ਉਹ ਆਪਣੇ ਪਰਿਵਾਰ ਤੇ ਆਪਣੀਆਂ ਰਾਗਣੀਆਂ ਸਮੇਤ ਮੇਰੇ ਅੰਦਰ ਆ ਕੇ ਉਸ ਪਰਮਾਤਮਾ ਦੀ ਖੁਸ਼ੀ ਦੇ ਗੀਤ ਨੂੰ ਗਾ ਰਹੇ ਨੇ, ਉਹਦੀ ਸਿਫਤ ਸਲਾਹ ਕਰ ਰਹੇ ਨੇ। ਤੇ ਸਤਿਗੁਰੂ ਜੀ ਕਹਿੰਦੇ, ਸ਼ਬਦੋ ਤਾਂ ਗਾਵੋ, ਹੇ ਭਾਈ ਸ਼ਬਦੋ ਤਾਂ ਗਾਵੋ। ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਵੀ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤਾਂ ਨੂੰ ਗਾਵੋ। ਹਰੀ ਕੇਰਾ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਹਰੀ ਕੇਰਾ ਦੇ ਅਰਥ ਨੇ ਉਸ ਮਾਲਕ ਦੇ, ਸ਼ਬਦੋ ਤਾਂ ਗਾਵੋ ਦੇ ਅਰਥ ਨੇ ਖੁਸ਼ੀ ਦੇ ਗੀਤਾਂ ਨੂੰ ਗਾਵੋ, ਉਹਦੀ ਸਿਫਤ ਸਲਾਹ ਕਰੋ। ਮਨ ਜਿਨੀ ਵਸਾਇਆ, ਤੇ ਸਤਿਗੁਰੂ ਜੀ ਕਹਿਣ ਲੱਗੇ, ਜਿਨ੍ਹਾਂ ਨੇ ਉਸ ਮਾਲਕ ਦੀ ਸਿਫਤ ਸਲਾਹ ਦੇ ਗੀਤ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ ਹੈ। ਹੁਣ ਸਿਫਤ ਸਲਾਹ ਦਾ ਗੀਤ ਕੀ ਹੈ, ਉਸ ਪਰਮਾਤਮਾ ਨੂੰ ਗਾਉਣਾ ਕੀ ਹੈ, ਇਸ ਨੁਕਤੇ ਨੂੰ ਸਮਝਣ ਦਾ ਸਾਧ ਸੰਗਤ ਜੀ ਯਤਨ ਕਰਿਓ।
ਉਸ ਮਾਲਕ ਨੂੰ ਗਾਉਣ ਤੋਂ ਭਾਵ ਹੈ ਕਿ ਉਹਦੇ ਹੁਕਮ ਨੂੰ, ਉਹਦੇ ਨਿਯਮ ਨੂੰ ਆਪਣੇ ਜੀਵਨ ਦੇ ਅੰਦਰ ਗਾ ਲੈਣਾ। ਆਪਾਂ ਰੋਜ਼ ਹੀ ਪੜ੍ਹਦੇ ਹਾਂ ਨਾ, ਗਾਵਨ ਤੁਧਨੋ ਪਾਉਣ ਪਾਣੀ ਬੈ ਸੰਤਰ ਗਾਵੇਂ ਰਾਜਾ ਧਰਮ ਦੁਆਰੇ। ਸਤਿਗੁਰੂ ਜੀ ਕਹਿਣ ਲੱਗੇ, ਹੇ ਰੱਬ ਜੀ, ਤੁਹਾਨੂੰ ਹਵਾ ਵੀ, ਅੱਗ ਵੀ, ਪਾਣੀ ਵੀ, ਤੁਹਾਨੂੰ ਸਭ ਕੁਝ ਗਾ ਰਿਹਾ ਹੈ। ਤੇ ਹਵਾ ਕਿਵੇਂ ਗਾ ਰਹੀ ਹੈ ਜੀ, ਅੱਗ ਕਿਵੇਂ ਗਾ ਰਹੀ ਹੈ, ਪਾਣੀ ਕਿਵੇਂ ਗਾ ਰਹੀ ਹੈ? ਭਾਵ ਉਸ ਮਾਲਕ ਦੇ ਹੁਕਮ ਦੇ ਵਿੱਚ ਰਹਿ ਕੇ ਹੀ ਉਸ ਨੂੰ ਗਾਇਆ ਜਾ ਰਿਹਾ ਹੈ। ਤੇ ਮਨੁੱਖ ਦੇ ਲਈ ਵੀ ਉਹੀ ਆਧਾਰ ਹੈ ਕਿ ਜੇ ਤੂੰ ਉਸ ਮਾਲਕ ਦੇ ਹੁਕਮ ਨੂੰ ਪ੍ਰਵਾਨ ਕਰ ਲਿਆ, ਉਹਦੇ ਹੁਕਮ ਦੇ ਵਿੱਚ ਰਹਿ ਲਿਆ, ਤੇ ਸਤਿਗੁਰੂ ਜੀ ਕਹਿਣ ਲੱਗੇ ਸਮਝੀ ਤੂੰ ਉਹਨੂੰ ਗਾ ਲਿਆ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਨੇ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ, ਜਿਨੀ ਵਸਾਇਆ, ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਉਸ ਮਾਲਕ ਦੇ ਸਿਫਤ ਸਲਾਹ ਦੇ ਗੀਤ ਨੂੰ ਵਸਾਇਆ ਹੈ, ਤੇ ਉਹਨਾਂ ਦੇ ਜੀਵਨ ਦੇ ਵਿੱਚ ਫਿਰ ਆਨੰਦ ਪੈਦਾ ਹੋ ਗਿਆ, ਸੁੱਖ ਪੈਦਾ ਹੋ ਗਿਆ, ਖਿੜਾਓ ਪੈਦਾ ਹੋ ਗਿਆ। ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਜੀ ਕਹਿਣ ਲੱਗੇ, ਹੇ ਨਾਨਕ, ਇਹ ਗੱਲ ਆਖ, ਨਾਨਕ ਇਹ ਗੱਲ ਆਖਦਾ ਹੈ, ਆਨੰਦ ਹੋਆ, ਮੇਰੀ ਜ਼ਿੰਦਗੀ 'ਚ ਆਨੰਦ ਆ ਗਿਆ, ਖਿੜਾਓ ਆ ਗਿਆ। ਜਿਹਦੀ ਆਪਾਂ ਆਰੰਭਤਾ ਦੇ ਵਿੱਚ ਵਿਚਾਰ ਕੀਤੀ ਸੀ ਵੀ ਮਨੁੱਖ ਖਿੜਾਓ ਭਾਲਦਾ ਹੈ, ਆਨੰਦ ਭਾਲਦਾ ਹੈ, ਸੁੱਖ ਭਾਲਦਾ ਹੈ, ਪਰ ਉਹ ਜਿਹੜੇ ਸਾਧਨ ਵਰਤ ਰਿਹਾ ਉਹ ਸਾਧਨ ਉਹਦੇ ਗਲਤ ਨੇ, ਰੋਂਗ ਨੇ। ਸੋ ਸਤਿਗੁਰੂ ਜੀ ਕਹਿੰਦੇ ਨੇ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮੈਂ ਗੁਰੂ ਨੂੰ ਪ੍ਰਾਪਤ ਕੀਤਾ ਹੈ, ਮੈਂ ਗੁਰੂ ਦੇ ਅਨੁਸਾਰ ਹੀ ਆਪਣੀ ਮੱਤ ਨੂੰ ਬਣਾਇਆ ਹੈ, ਮੈਂ ਗੁਰੂ ਦੇ ਹੁਕਮਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ ਹੈ, ਮੈਂ ਗੁਰੂ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਆਪਣਾ ਜੀਵਨ ਤੋਰਿਆ ਹੈ, ਜਿਹਦਾ ਸਦਕਾ ਮੇਰੀ ਜ਼ਿੰਦਗੀ 'ਚ ਸੁੱਖ ਆ ਗਿਆ ਹੈ, ਆਨੰਦ ਆ ਗਿਆ ਹੈ। ਹੁਣ ਵੱਡੇ ਤੋਂ ਵੱਡੀ ਮੁਸੀਬਤ, ਵੱਡੇ ਤੋਂ ਵੱਡਾ ਦੁੱਖ ਜਿਹੜਾ ਹੈ ਉਹ ਮੈਨੂੰ ਡੁਲਾ ਨਹੀਂ ਸਕਦਾ, ਮੈਨੂੰ ਮੇਰੇ ਜੀਵਨ ਦੇ ਅੰਦਰ ਬੇਚੈਨ ਨਹੀਂ ਕਰ ਸਕਦਾ, ਕਿਉਂਕਿ ਮੈਂ ਗੁਰੂ ਦੀ ਸਿੱਖਿਆ ਦਾ ਓਟ ਆਸਰਾ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕੀਤਾ ਹੈ। ਮੈਂ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ। ਸੋ ਸਾਧ ਸੰਗਤ ਜੀਓ, ਇਹ ਸੀ ਆਨੰਦ ਸਾਹਿਬ ਦੀ ਪਹਿਲੀ ਪੌੜੀ ਦੀ ਪਹਿਲੀ ਵਿਚਾਰ ਅਤੇ ਪਾਠ। ਸੋ ਆਓ ਯਤਨ ਕਰੀਏ, ਅਸੀਂ ਵੀ ਜੇ ਆਨੰਦ ਚਾਹੁੰਦੇ ਹਾਂ, ਜੇ ਸੁੱਖ ਚਾਹੁੰਦੇ ਹਾਂ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਆਪ ਪੜ੍ਹ ਕੇ ਗੁਰੂ ਦੀ ਸਿੱਖਿਆ ਨੂੰ ਸਮਝਣ ਦਾ ਯਤਨ ਕਰੀਏ, ਵਿਚਾਰਨ ਦਾ ਯਤਨ ਕਰੀਏ, ਤੇ ਆਪਣੇ ਜੀਵਨ ਦੇ ਅੰਦਰ ਇੰਪਲੀਮੈਂਟ ਕਰੀਏ। ਤਾਂ ਹੀ ਸਾਡੇ ਹੋ ਸਕਦੇ ਨੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।